ਉਹ ਕਹਿੰਦਾ ਵੀ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਪੁਲਿਸ ਦੀ ਕੁੱਟ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਨਹੀਂ ਹੁੰਦੀ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜਿਹੜਾ ਕਤਲ ਹੋਏ ਵਿਹੜਿਆਂ ਦੇ ਉੱਪਰ ਚੜ੍ਹਦਾ ਹੈ ਅਤੇ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ। ਹੁਣ ਨਕੋਦਰ ਨਿਊਜ਼ ਰਿਪੋਰਟ ਤੇ ਮੈਂ ਤੁਹਾਡੇ ਨਾਲ ਹਰਦੀਪ ਸਿੰਘ ਅਵਤਾਰ ਸਿੰਘ ਪਾਸ਼ੀ ਦੀ ਗੱਲ ਕਰਾਂਗੇ। ਅੱਜ ਉਹਨਾਂ ਦਾ ਜਨਮ ਦਿਹਾੜਾ ਜੋ ਮਨਾਇਆ ਗਿਆ, ਇਸ ਵਿਸ਼ੇ 'ਤੇ ਉਹਨਾਂ ਦੇ ਜੀਵਨ ਬਾਰੇ ਜਾਣਾਂਗੇ ਅਤੇ ਸਾਡੇ ਨਾਲ ਜੋ ਜੁੜੇ ਹੋਏ ਨੇ। ਹਾਂਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਔਰ ਅਵਤਾਰ ਸਿੰਘ ਪਾਸ਼ ਦੇ ਜੀਵਨ ਬਾਰੇ ਸਾਨੂੰ ਕੁਝ ਦੱਸੋ ਜੀ। ਅਵਤਾਰ ਸਿੰਘ ਪਾਸ਼ ਜੀ ਮੇਰੇ ਨਾਲੋਂ ਉਮਰ 'ਚ ਕਾਫੀ ਵਡੇਰੇ ਸਨ, ਹਾਂਜੀ, ਪਰ ਮੈਂ ਬਚਪਨ ਤੋਂ ਮੇਰੇ ਵੱਡੇ ਭਾਈ ਸਾਹਿਬ ਧਰਮਪਾਲ ਜੀ ਉੱਗੀ ਜੀ ਉਹਨਾਂ ਦੇ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਨੇੜਤਾ ਸੀ। ਲਖਵਿੰਦਰ ਸਿੰਘ ਹੁੰਦਲ ਜੋ ਸਾਡੇ 'ਚ ਨਹੀਂ ਰਹੇ, ਉਹਨਾਂ ਦੇ ਨਾਲ ਵੀ ਬੜੀ ਨੇੜਤਾ ਸੀ। ਉਹਨਾਂ ਦੇ ਸੰਪਰਕ ਦਾ ਕਰਕੇ ਮੇਰੇ ਨਾਲ ਵੀ ਪਾਸ਼ ਦੇ ਨਾਲ ਕਾਫੀ ਸੰਪਰਕ ਬਣੇ ਰਹੇ। 1976 'ਚ ਜਦੋਂ ਮੇਰੀ ਉਮਰ 16 ਸਾਲ ਦੀ ਸੀ, ਉਦੋਂ ਮੈਂ 10ਵੀਂ ਦੇ ਪੇਪਰ ਦਿੱਤੇ ਸੀਗੇ ਅਤੇ ਉਹਨਾਂ ਨੇ ਪ੍ਰਾਈਵੇਟ 10ਵੀਂ ਦੇ ਪੇਪਰ ਦਿੱਤੇ। ਬਾਅਦ ਵਿੱਚ 1978-79 ਬੈਚ ਸ਼ੇਖੂਪੁਰ ਜਨਤਾ ਕਾਲਜ ਅਸੀਂ JBT ਦਾ 1 ਸਾਲ ਸਾਂਝਾ ਕੀਤਾ ਅਤੇ ਉਦੋਂ ਵੀ ਸਾਡੀਆਂ ਕਾਫੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਅੱਗੋਂ ਪਿੱਛੋਂ ਵੀ ਅਸੀਂ ਉਹਨਾਂ ਦਾ ਇੱਥੇ ਸਕੂਲ ਸੀ ਸਾਡੇ ਪਿੰਡ ਵਿੱਚ, ਗੁਰੂ ਨਾਨਕ ਮਾਡਲ ਸਕੂਲ, ਅਸੀਂ ਉੱਥੇ ਵੀ ਕਾਫੀ ਮੀਟਿੰਗਾਂ ਬੈਠ ਕੇ ਕਰਦੇ ਰਹੇ। ਪਰ ਉਹਨਾਂ ਮਹਾਨ ਇਨਸਾਨਾਂ ਦੇ ਨਾਲ ਜੋ ਦਿਨ ਗੁਜ਼ਾਰੇ ਮੈਂ ਆਪਣੇ ਬਚਪਨ ਦੇ, ਉਹ ਮੈਨੂੰ ਅਜੇ ਤੱਕ ਭੁੱਲ ਨਹੀਂ ਰਿਹਾ। ਬਹੁਤ ਇਨਕਲਾਬੀ ਬੰਦੇ ਜਿਹੜੇ ਕਿ ਜਿਨ੍ਹਾਂ ਵਿੱਚ ਹਰਭਜਨ ਸਿੰਘ, ਪ੍ਰੋਫੈਸਰ ਹਰਭਜਨ ਸਿੰਘ ਜੋ ਅੱਜ ਕੱਲ੍ਹ ਅਮਰੀਕਾ ਦੇ ਵਿੱਚ ਨੇ। ਮੈਂ ਬਹੁਤ ਛੋਟਾ ਸੀ ਜਦੋਂ ਸਾਡੇ ਕੋਲ ਆਉਂਦੇ ਹੁੰਦੇ, ਮੈਂ ਆਪਣੇ ਪੱਗ ਦੀ ਪੂਣੀ ਉਹਨਾਂ ਨਾਲ ਕਰਾਉਂਦਾ ਰਿਹਾ ਅਤੇ ਮੇਰੇ ਕੋਲ ਹੱਥ ਨਹੀਂ ਸੀ ਖੁੱਲ੍ਹਦੇ ਹੁੰਦੇ ਪੱਗ ਦੀ ਪੂਣੀ ਕਰਾਉਣ ਲਈ। ਅਤੇ ਮੈਨੂੰ ਯਾਦ ਹੈ ਜੇਕਰ ਮੈਂ ਬਹੁਤ ਛੋਟਾ ਸੀਗਾ ਉਦੋਂ, ਅਤੇ ਸਾਡੇ ਕੋਲ ਆ ਕੇ ਰਾਤਾਂ ਰਹਿਣੀਆਂ ਉਹਨਾਂ ਨੇ। ਅਵਤਾਰ ਸਿੰਘ ਪਾਸ਼ ਜੀ ਬਹੁਤ ਸਾਨੂੰ ਸਾਹਿਤ ਦੇ ਵਿੱਚ ਬਹੁਤ ਵੱਡੀ ਦੇਣ ਜੋ ਦੇ ਕੇ ਗਏ ਆ। ਇਨਕਲਾਬੀ ਰੂਹ ਸੀ ਉਹਨਾਂ ਦੇ ਵਿੱਚ, ਜਿਹੜੀ ਖੇਤ ਮਜ਼ਦੂਰਾਂ ਵਾਸਤੇ, ਦੱਬੇ ਕੁਚਲੇ ਲੋਕਾਂ ਲਈ ਜਿਨ੍ਹਾਂ ਦੇ ਨਾਲ ਧੱਕਾ ਹੁੰਦਾ ਸੀ, ਉਹਨਾਂ ਦੇ ਲਈ ਜੋ ਸਾਨੂੰ ਲਿਖਤਾਂ ਵਿੱਚ ਆਪਣੀਆਂ ਵਿੱਚ ਦੇ ਗਏ ਆ, ਉਹ ਸਾਨੂੰ ਹਮੇਸ਼ਾ ਯਾਦ ਰਹਿਣਗੀਆਂ। ਅੱਜ ਉਹਨਾਂ ਦਾ ਜਿਹੜਾ ਜਨਮਵਾਦੀ ਲੇਖਕ ਸਭਾ ਉੱਗੀ ਵੱਲੋਂ ਜਨਮ ਦਿਹਾੜਾ ਮਨਾਇਆ ਗਿਆ ਵਾ। ਇਹਦੇ ਲਈ ਮੈਂ ਇੱਥੇ ਜਿਹੜੇ ਸਾਡੇ ਪੱਤਰਕਾਰ ਭਾਈਚਾਰਾ ਅਤੇ ਲੇਖਕ ਭਾਈਚਾਰਾ ਇੱਥੇ ਪਹੁੰਚਿਆ ਜੋ ਕਿ ਸਾਹਿਤ ਨਾਲ ਜੁੜੇ ਹੋਏ ਨੇ। ਮੈਂ ਉਹਨਾਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ। ਜੀ ਆਇਆਂ ਨੂੰ। ਕੋਈ ਇੱਦਾਂ ਦੀ ਗੱਲ ਜੋ ਤੁਹਾਨੂੰ ਅੱਜ ਵੀ ਯਾਦ ਆਉਂਦੀ ਹੋਵੇ ਪਾਸ਼ ਦੀ, ਜੇ ਤੁਸੀਂ ਇਕੱਠੇ ਬੈਠਦੇ ਹੁੰਦੇ ਸੀਗੇ? ਯਾਦਾਂ ਸਾਡੀਆਂ ਬਹੁਤ ਜੁੜੀਆਂ। ਅੱਤਵਾਦ ਦੇ ਦੌਰ ਦੇ ਵਿੱਚ ਅਸੀਂ ਇਕੱਠੇ ਅੱਡੇ 'ਤੇ ਬੈਠੇ ਸੀ ਰਾਤ ਨੂੰ। ਅਸੀਂ ਹਰਦੇਵ ਸਿੰਘ ਜੋ ਕਿ ਉਹ ਵੀ ਨਹੀਂ ਸਾਡੇ ਤੋਂ ਵਿਛੜ ਗਏ, ਅਤੇ 2-3 ਸਾਥੀ ਸਾਡੇ ਹੋਰ ਸੀ। ਅਤੇ ਪਾਸ਼ ਸਾਡੇ ਕੋਲੋਂ ਉਤਰ ਕੇ ਅਤੇ ਉੱਠ ਕੇ ਅਤੇ ਬੁਲਟ ਮੋਟਰਸਾਈਕਲ 'ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਅਸੀਂ ਪੈਦਲ ਘਰ ਨੂੰ ਆਉਣਾ ਸੀ ਬੱਸ ਸਟੈਂਡ ਤੋਂ, ਅਤੇ ਚੂੜ ਪਿੰਡ ਲੰਘ ਕੇ ਕੁਛ ਬੰਦਿਆਂ ਨੇ ਉਹਨੂੰ ਘੇਰ ਲਿਆ, ਰੱਸੀ ਪਾਈ ਮੂਹਰੇ, ਰੱਸੀ ਪਾਈ ਉਹਨੂੰ ਰੋਕਣ ਵਾਸਤੇ, ਪਰ ਉਹ ਸਪੀਡ ਹੋਊਗੀ, ਹੋ ਸਕਦਾ ਰੱਸੀ ਨਿਕਲ ਗਈ ਅਤੇ ਉਹ ਵਾਪਸ ਉਨੀ ਪੈਰੀ ਫਿਰ ਸਾਡੇ ਕੋਲ ਆਇਆ। ਕਹਿੰਦਾ ਵੀ ਇੱਦਾਂ ਦਾ ਕਰਕੇ ਮੈਨੂੰ ਬੰਦਿਆਂ ਨੇ ਘੇਰ ਲਿਆ, ਮੇਰੇ ਨਾਲ ਚੱਲੋ। ਅਸੀਂ ਉਸੇ ਵੇਲੇ ਫਿਰ ਉੱਧਰ ਨੂੰ ਚੱਲ ਗਏ, ਚੂੜ ਗਏ। ਉੱਥੇ ਜਾ ਕੇ ਅਸੀਂ ਚੀਕਾਂ ਚੂਕਾਂ ਮਾਰੀਆਂ ਕਾਫੀ, ਉਹ ਜਿਹੜਾ ਹੈਗਾ ਬਦਮਾਸ਼ ਨਿਕਲੋ ਬਾਹਰ, ਅਤੇ ਉੱਥੇ ਕੋਈ ਨਹੀਂ ਨਿਕਲਿਆ। ਫਿਰ ਪਾਸ਼ ਆਪਣੇ ਪਿੰਡ ਨੂੰ ਚੱਲ ਗਿਆ, ਅਸੀਂ ਆਪਣੇ ਪਿੰਡ ਨੂੰ ਵਾਪਸ ਆ ਗਏ। ਉਦੋਂ ਕਿ ਮਤਲਬ ਮੇਰੀ ਉਮਰ ਬਹੁਤ ਹੀ ਨਹੀਂ ਸੀ, ਜਿਵੇਂ ਅਨਮੈਰਿਡ ਸੀਗਾ, ਅਤੇ ਉਦੋਂ ਦੇ ਸਾਡੇ ਤਾਂ ਬਹੁਤ ਜ਼ਿਆਦੀਆਂ ਹੋਰ ਵੀ ਸਾਂਝਾਂ ਜਿਹੜੀਆਂ ਕਿ ਜੇ ਗੱਲਬਾਤ ਕਿਤੇ ਚੱਲੇ ਅਤੇ ਲੰਬੀਆਂ ਗੱਲਾਂ ਬਾਤਾਂ ਵੀ ਆਪਾਂ ਕਰ ਸਕਦੇ ਉਹਨਾਂ ਬਾਰੇ। ਜਿਹੜਾ ਸਰਦਾਰ ਖੀਵਾ ਜੀ ਬੈਠੇ, ਇਹਨਾਂ ਨਾਲ ਵੀ ਕਾਫੀ ਉਹਨਾਂ ਦਾ ਟਾਈਮ ਬੀਤਿਆ। ਹੋਰ ਵੀ ਹਿੰਮਤ ਸਿੰਘ ਹੁਣੀ ਹੈਗੇ, ਮੇਰੇ ਤੋਂ ਸੀਨੀਅਰ ਬੰਦੇ ਹੈਗੇ ਜਿਹੜੇ ਬੈਠੇ, ਲਿਖਾਰੀ ਵੀ ਆ, ਅਤੇ ਉਹਨਾਂ ਦੇ ਨਾਲ ਵੀ ਜ਼ਿਆਦਾ ਸਮਾਂ ਬੀਤਿਆ। ਪਰ ਉਹਨਾਂ ਦਾ ਸਕੂਲ ਹੋਣ ਦਾ ਕਰਕੇ ਮੈਨੂੰ ਗਿਆਨੀ ਦੇ ਪੇਪਰ ਦਵਾ ਦਿੱਤੇ ਇੱਕ ਵਾਰੀ। JBT ਕਰਨ ਤੋਂ ਬਾਅਦ ਕਹਿੰਦਾ ਗਿਆਨੀ ਕਰ ਲਾ। ਮੈਂ ਕਿਹਾ ਕਿੱਥੇ ਜੱਬ ਖੁਰ ਪਾਉਂਦਾ ਫਿਰੂੰਗਾ, ਰਹਿਣ ਦਿਓ। ਕਹਿੰਦਾ ਪਰ ਪੇਪਰ ਕਰ ਦਾਖਲਾ, ਮੇਰਾ ਦਾਖਲਾ ਭੇਜਤਾ। ਮੈਂ ਇੱਕ ਪੇਪਰ 'ਚੋਂ ਫੇਲ ਹੋ ਗਿਆ, ਖਰੇ ਦੋਵਾਂ 'ਚੋਂ ਰੀਪੇਅਰ ਆ ਗਈ ਮੇਰੀ। ਕਹਿੰਦਾ ਮੈਂ ਤੇਰੀ ਤਿਆਰੀ ਕਰਵਾ ਦਿੰਦਾ। ਮੈਂ ਕਿਹਾ ਚੱਲ ਕਰਾ ਦੇ। ਫਿਰ ਉਹ ਮੁੜ ਕੇ ਐਸਾ ਸਾਡਾ ਬਣਿਆ, ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਤੀਆਂ, ਲਾਇਬ੍ਰੇਰੀ ਬਣਾ ਲਈ ਉੱਥੇ। ਫਿਰ ਮੇਰਾ ਧਿਆਨ ਉੱਧਰ ਨੂੰ ਹੋ ਗਿਆ, ਅਤੇ ਮੇਰੇ ਗਿਆਨੀ ਦੇ ਪੇਪਰ ਵਿੱਚ ਹੀ ਰਹਿ ਗਏ। ਮੇਰੇ 2 ਪੇਪਰ ਗਿਆਨੀ ਦੇ ਰੀਪੇਅਰ ਉੱਦਾਂ ਹੀ ਰਹਿ ਗਈ। ਮਤਲਬ ਮੇਰੇ ਨਾਲ ਕਾਫੀ ਨੇੜਤਾ ਸੀ। ਛੋਟੀ ਉਮਰ ਮੇਰੀ ਹੋਣ ਕਰਕੇ ਮੈਨੂੰ ਗਾਈਡ ਵੀ ਕਰਦੇ ਸੀਗੇ, ਅਤੇ ਮੇਰੇ ਵੱਲ ਅੱਖਾਂ ਕੱਢ ਕੇ ਦੇਖ ਵੀ ਲੈਂਦੇ ਸੀਗੇ ਜੇ ਕਿਤੇ ਉਹੋ ਜਿਹੀ ਗੱਲਬਾਤ ਹੋਵੇ। ਪਾਸ਼ ਦੇ ਪਿੰਡ ਬਾਰੇ, ਉਹਨਾਂ ਦੇ ਪਰਿਵਾਰ ਬਾਰੇ ਦੱਸੋ। ਨਹੀਂ, ਮੈਂ ਬਹੁਤਾ ਨਹੀਂ ਤੁਹਾਨੂੰ ਦੱਸ ਸਕਦਾ, ਕਿਉਂਕਿ ਵੱਡੇ ਭਾਈ ਸਾਹਿਬ ਜੀ ਜ਼ਿਆਦਾ ਨੇੜਤਾ ਰੱਖਦੇ ਸੀ ਉਹਨਾਂ ਦੇ ਪਰਿਵਾਰ ਦੇ ਨਾਲ। ਉਹਨਾਂ ਦੇ ਭਾਈ ਸਾਹਿਬ ਵੱਡੇ ਜਿਹੜੇ ਆ, ਉਹਨਾਂ ਦੇ ਡੈਡੀ ਦੇ ਨਾਲ ਉਹਨਾਂ ਦੀ ਨੇੜਤਾ ਜ਼ਿਆਦਾ ਸੀ। ਉਹ ਅਕਸਰ ਮੀਟਿੰਗਾਂ ਵਗੈਰਾ ਕਰਦੇ ਰਹਿੰਦੇ ਸੀਗੇ, ਕਿਉਂਕਿ ਜਦੋਂ ਮੇਰੇ ਵੱਡੇ ਭਾਈ ਸਾਹਿਬ ਜੀ ਨੇ ਮੈਡੀਕਲ ਦੇ ਵਿੱਚ ਦਾਖਲਾ ਲਿਆ ਸੀ ਜਲੰਧਰ ਦੁਆਬਾ ਕਾਲਜ, ਸਾਡੇ ਬਾਪੂ ਜੀ ਦੀ ਖੁਆਇਸ਼ ਸੀ ਮੈਂ ਆਪਣੇ ਬੇਟੇ ਨੂੰ ਡਾਕਟਰ ਬਣਾਉਣਾ।
ਤੇ ਉੱਥੇ ਦਾਖਲਾ ਦਵਾਤਾ। ਗੜਾ ਪਿੰਡ ਦੇ ਵਿੱਚ ਕਮਰਾ ਲੈਤਾ, ਉੱਥੇ ਮੱਝ ਲੈ ਕੇ ਦੇਤੀ ਵੀ ਉੱਥੇ ਖਾ ਪੀ। ਸਾਡੇ ਤਾਇਆ ਜੀ ਲਾਗੇ ਰਹਿੰਦੇ ਸੀ, ਉਹ ਪੱਠੇ ਪੁੱਠੇ ਪਾ ਦਿੰਦੇ ਸੀਗੇ ਤੇ ਤੂੰ ਡਾਕਟਰ ਬਣਨਾ ਆ। ਤੇ ਉਹ ਇਹਨਾਂ ਦਾ ਬਣ ਗਿਆ ਸੰਪਰਕ, ਲਖਵਿੰਦਰ ਸਿੰਘ ਜੀ ਤੇ ਪਾਸ਼ ਹੁਣੀ ਹੋਰ ਵੀ ਸਾਥੀ ਹੋਣਗੇ। ਉੱਥੇ ਮੀਟਿੰਗਾਂ ਮੂਟਿੰਗਾਂ ਕਰਨ ਲੱਗ ਪਏ ਇਨਕਲਾਬ ਲਿਆਉਣ ਵਾਸਤੇ। ਤੇ ਉਹ ਫਿਰ ਭਾਜੀ ਸਾਡੇ ਜਿਹੜੇ 3 ਸਾਲ ਫੇਲ ਹੀ ਹੁੰਦੇ ਗਏ ਤੇ ਬਾਅਦ 'ਚ ਸਾਨੂੰ ਤੀਜੇ ਸਾਲ ਪਤਾ ਲੱਗਿਆ ਵੀ ਇਹ ਪਾਸ ਹੀ ਨਹੀਂ ਹੋਏ। ਫਿਰ ਉੱਥੋਂ ਵਾਪਸ ਆ ਗਏ। ਬਾਅਦ ਵਿੱਚ ਚਲੋ ਉਹਨੇ ਗੁਫ਼ਤਗੂ ਮੀਟਿੰਗਾਂ ਬਥੇਰੀਆਂ ਚੱਲਦੀਆਂ ਹੋਣਗੀਆਂ, ਪਰ ਮੈਂ ਸਾਰੀਆਂ ਮੀਟਿੰਗਾਂ ਜੇ ਤੁਹਾਨੂੰ ਕਹਾਂ ਮੈਂ ਨਹੀਂ ਕਰ ਸਕਿਆ। ਕੋਈ ਭਾਈ ਸਾਹਿਬ ਸੀਗੇ ਵੱਡੇ, ਉਹ ਜ਼ਿਆਦਾ ਜਾਂਦੇ ਸੀ। ਪਰ ਜਦੋਂ ਸਾਡੇ ਘਰ ਆਉਂਦੇ ਸੀ ਸਾਰੇ ਸਾਥੀ ਤੇ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਸੀ। ਸੰਤ ਸੰਧੂ ਜੀ ਅਜੇ ਵੀ ਇੱਥੇ ਹੈਗੇ, ਰਾਧਾ ਸੁਆਮੀ ਸਤਸੰਗ ਘਰ ਜਾਂਦੇ ਆ। ਤੇ ਉਦੋਂ ਜਦੋਂ ਬਹੁਤ ਨਕਸਲਵਾੜੀ ਦਾ ਜ਼ੋਰ ਸੀ ਨਾ, ਐਮਰਜੈਂਸੀ ਲੱਗੀ ਸੀਗੀ, ਤੇ ਉਦੋਂ ਸਾਡੇ ਘਰ ਉਹ ਤੂੜੀਆਂ ਅੰਦਰ ਲੋਕੇ ਦਿਨ ਕੱਟਦੇ ਹੁੰਦੇ ਸੀਗੇ ਸੰਤ ਸੰਧੂ ਜੀ। ਮਤਲਬ ਉਦੋਂ ਬਹੁਤ ਜ਼ਿਆਦਾ ਨਕਸਲਾਈਟ ਮੂਵਮੈਂਟ ਦੇ ਖਿਲਾਫ ਸੀ ਸਰਕਾਰ। ਤੇ ਮੈਨੂੰ ਉਦੋਂ ਦੀਆਂ ਗੱਲਾਂ ਵੀ ਯਾਦ ਆ, ਜਦੋਂ ਸਾਡੇ ਕੋਲ ਆ ਕੇ ਸਾਥੀ ਜਿਹੜੇ ਸਾਡੇ ਰਹਿੰਦੇ ਹੁੰਦੇ ਸੀਗੇ, ਉਹ ਸਾਰਾ ਮੈਨੂੰ ਯਾਦ ਆ ਉਹ ਗੱਲਾਂ ਬਾਤਾਂ। ਪਰ ਉਹਦਾ ਮੈਨੂੰ ਪ੍ਰੋਪਰ ਉਹਨਾਂ ਦੇ ਨਾਮ ਨਹੀਂ ਯਾਦ ਵੀ ਕਿਹੜੇ ਕਿਹੜੇ ਸੀ। ਇਹ ਚੰਦ ਨਾਮ ਜਿਹੜੇ ਆ ਬਚਪਨ ਹੋਣ ਕਰਕੇ ਮੈਨੂੰ ਉਹੀ ਯਾਦ ਆ। ਤੇ ਪਾਸ਼ ਉਹਨਾਂ ਦੇ ਨਾਲ ਤੇ ਮੇਰਾ ਕਾਫੀ ਸਮਾਂ ਵਧੀਆ ਵੀ ਗੁਜ਼ਰਿਆ ਤੇ ਖੱਟਾ ਮਿੱਠਾ ਵੀ ਗੁਜ਼ਰਿਆ ਕਾਫੀ। ਤੇ ਅਸੀਂ ਹੋਰ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰ ਲੈਂਦੇ ਸੀ ਬਹਿ ਕੇ। ਕਿਤੇ ਦੋਨੇ ਵੀ ਬਹਿ ਜਾਂਦੇ ਸੀ, ਕਿਤੇ 2 3 4 ਵੀ ਬਹਿ ਜਾਂਦੇ ਹੁੰਦੇ ਸੀਗੇ। ਤਾਂ ਕਰਕੇ ਵੀ ਸਾਡੇ ਕੋਲ ਅੱਜ ਜੇ ਨਹੀਂ ਰਹੇ, ਜੇ ਹੋ ਸਕਦਾ ਹੁਣ ਵੀ ਇਸ ਵੇਲੇ ਹੁੰਦੇ ਤਾਂ ਕੁਛ ਰੰਗ ਹੋਰ ਹੁੰਦਾ ਇੱਥੇ। ਸਾਡੀ ਰੰਗਤ ਵੀ ਕਿਸੇ ਹੋਰ ਪੁੱਠ ਵਿੱਚ ਸਾਨੂੰ ਹੋਰ ਤਰ੍ਹਾਂ ਦੀ ਪੁੱਠ ਚੜ੍ਹੀ ਹੁੰਦੀ। ਉਹਨਾਂ ਦੀ ਜਾਣ ਦੀ ਘਾਟ ਬਹੁਤ ਪਈ ਆ। ਭਾਵੇਂ ਸਾਨੂੰ ਗਾਈਡ ਕਰ ਰਹੇ, ਖੀਵਾ ਜੀ ਵੀ ਗਾਈਡ ਕਰ ਰਹੇ ਆ, ਰਾਮ ਮੂਰਤੀ ਡਾਕਟਰ ਰਾਮ ਮੂਰਤੀ ਜੀ ਬੈਠੇ ਆ, ਇਹਨਾਂ ਦੀ ਗਾਈਡੈਂਸ ਵਿੱਚ ਵੀ ਅਸੀਂ ਕੰਮ ਕਰ ਰਹੇ ਹਾਂ। ਪਰ ਜੇ ਉਹ ਇਸ ਵੇਲੇ ਹੁੰਦੇ ਤਾਂ ਹੋ ਸਕਦਾ ਸਾਡੀ ਰੰਗਤ ਕੁਛ ਹੋਰ ਤਰ੍ਹਾਂ ਦਾ ਰੰਗ ਲਿਆ ਕੇ ਦਿਖਾਉਂਦੀ। ਅਵਤਾਰ ਪਾਸ਼ ਦੇ ਜੀਵਨ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ, ਕਿਉਂਕਿ ਉਹਨਾਂ ਨੇ ਬਹੁਤ ਕਵਿਤਾਵਾਂ ਵੀ ਲਿਖੀਆਂ ਔਰ ਬੜਾ ਸੰਘਰਸ਼ਮਈ ਜ਼ਿੰਦਗੀ ਬਤੀਤ ਕੀਤੀ। ਉਸ ਦੇ ਸੰਬੰਧ ਵਿੱਚ ਰਾਮ ਮੂਰਤੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਸੀਂ ਕੀ ਕਹਿਣਾ ਚਾਹੋਗੇ? ਆਪਾਂ ਉਹਨਾਂ ਅੱਜ ਜਨਮ ਦਿਹਾੜਾ ਵੀ ਮਨਾਇਆ, ਕਿੱਦਾਂ ਦੀ ਉਹ ਸ਼ਖਸੀਅਤ ਸੀਗੀ? ਦੇਖੋ ਜੀ, ਪਾਸ਼ ਪੰਜਾਬੀ ਦਾ ਇੱਕ ਮਹਾਨ ਸ਼ਾਇਰ ਸੀ, ਅੱਜ ਵੀ ਆ ਤੇ ਰਹੇਗਾ ਵੀ। ਤੇ ਸਾਡੇ ਦੋਨੇ ਇਲਾਕੇ ਦਾ ਪਿੰਡ ਤਲਵੰਡੀ ਸਲੇਮ ਦਾ ਉਹ ਵਸਨੀਕ ਸੀ। ਸਾਨੂੰ ਇਸ ਗੱਲ ਦਾ ਬੜਾ ਮਾਣ ਆ। ਤੇ ਜਦੋਂ 1988 ਦੇ ਵਿੱਚ ਪਾਸ਼ ਹੋਣਾ ਦਾ ਕਤਲ ਹੁੰਦਾ, ਅਸੀਂ ਉਹਨਾਂ ਨੂੰ ਦੇਖਿਆ ਤਾਂ ਨਹੀਂ, ਲੇਕਿਨ ਮੈਂ ਪਿੰਡ ਆਪਣੇ ਸੈਰ ਕਰ ਰਿਹਾ ਸੀ ਤੇ ਇੱਧਰਲੇ ਪਾਸਿਓਂ ਮੈਨੂੰ ਗੋਲੀਆਂ ਦੀ ਆਵਾਜ਼ ਸੁਣੀ। ਤੇ ਜਦੋਂ ਮੈਂ ਪਿੰਡ ਆ ਕੇ ਮੈਨੂੰ ਪਤਾ ਲੱਗਾ ਕਿ ਤਲਵੰਡੀ ਸਲੇਮ 1-2 ਜਾਣਿਆਂ ਨੂੰ ਅੱਤਵਾਦੀ ਜਿਹੜੇ ਉਹ ਕਤਲ ਕਰ ਗਏ। ਤੇ ਸਾਡੇ ਪਿੰਡ ਦੇ ਲੋਕਾਂ ਨੂੰ ਵੀ ਨਹੀਂ ਸੀ ਪਤਾ, ਆਲੇ ਦੁਆਲੇ ਨੂੰ ਨਹੀਂ ਸੀ ਪਤਾ। ਦੂਸਰੇ ਦਿਨ ਜਦੋਂ ਮੈਂ ਅਖਬਾਰਾਂ ਪੜ੍ਹੀਆਂ, ਫਿਰ ਮੈਨੂੰ ਪਤਾ ਲੱਗਾ ਕਿ ਪਾਸ਼ ਇੱਕ ਬਹੁਤ ਮਹਾਨ ਸ਼ਾਇਰ ਸੀ ਸਾਡੀ ਧਰਤੀ ਦਾ। ਤੇ ਬਾਅਦ ਦੇ ਵਿੱਚ MA ਪੰਜਾਬੀ ਕਰਦਿਆਂ, PhD ਕਰਦਿਆਂ ਉਹਦੀਆਂ ਕਵਿਤਾਵਾਂ ਪੜ੍ਹਨ ਦਾ ਜਿਹੜਾ ਸੀ ਉਹ ਸੁਭਾਗ ਪ੍ਰਾਪਤ ਹੋਇਆ। ਫਿਰ ਉਹਦੇ ਬਾਰੇ 1-2 ਆਰਟੀਕਲ ਵੀ ਮੈਂ ਲਿਖੇ ਜਿਹੜੇ ਅਖਬਾਰਾਂ ਵਿੱਚ ਵੀ ਛਪੇ 23 ਮਾਰਚ ਵਾਲੇ ਦਿਨ। ਤੇ ਸੁਰਿੰਦਰ ਖੀਵਾ ਹੁਣਾਂ ਦੇ ਨਾਲ ਵੀ ਸੰਗਤ ਸੀਗੀ ਤੇ ਵਿਚਾਰਾਂ ਦੀ ਵੀ ਸਾਂਝ ਸੀ। ਇਸ ਕਰਕੇ ਪਾਸ਼ ਬਾਰੇ, ਤਲਵੰਡੀ ਸਲੇਮ ਬਾਰੇ, ਸੰਤ ਸੰਧੂ ਬਾਰੇ ਅਕਸਰ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਸੀ। ਕੋਈ ਕਵਿਤਾ ਉਹਨਾਂ ਦੀ ਤੁਹਾਨੂੰ ਅੱਜ ਵੀ ਯਾਦ ਹੋਵੇ, ਸੁਣਾਓਗੇ? ਹਾਂ, ਕਵਿਤਾਵਾਂ ਤਾਂ ਉਹਨਾਂ ਨੇ ਬਹੁਤ ਲਿਖੀਆਂ ਤੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੀਆਂ ਕਵਿਤਾਵਾਂ ਜ਼ੁਬਾਨੀ ਯਾਦ ਵੀ ਨੇ। ਤੇ ਜਿਵੇਂ ਉਹਨਾਂ ਦੀ ਇੱਕ ਕਵਿਤਾ ਆ, ਸਭ ਤੋਂ ਖਤਰਨਾਕ। ਉਹ ਕਹਿੰਦਾ ਵੀ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਪੁਲਿਸ ਦੀ ਕੁੱਟ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਨਹੀਂ ਹੁੰਦੀ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜਿਹੜਾ ਕਤਲ ਹੋਏ ਵਿਹੜਿਆਂ ਦੇ ਉੱਪਰ ਚੜ੍ਹਦਾ ਹੈ ਅਤੇ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਤੋ ਪਾਸ਼ ਸੁਪਨਿਆਂ ਨੂੰ ਸੰਜੋਣ ਵਾਲਾ ਸ਼ਾਇਰ ਸੀ, ਸੁਪਨਿਆਂ ਦੀ ਪੂਰਤੀ ਲਈ ਸੰਘਰਸ਼ ਕਰਨ ਵਾਲਾ ਸ਼ਾਇਰ ਸੀ। ਪਾਸ਼ ਲੋਕਾਂ ਦਾ ਸ਼ਾਇਰ ਸੀ, ਧਰਤੀ ਦਾ ਸ਼ਾਇਰ ਸੀ। ਇਸ ਦੋਨੇ ਦੀ ਮਿੱਟੀ ਦੇ ਵਿੱਚੋਂ ਉਪਜਿਆ ਹੋਇਆ ਸ਼ਾਇਰ ਸੀਗਾ। ਇਸ ਕਰਕੇ ਅਸੀਂ ਉਹਦੀ ਕਵਿਤਾ ਦੇ ਉੱਪਰ ਜਿੰਨਾ ਵੀ ਮਾਣ ਕਰ ਲਈਏ ਓਨਾ ਹੀ ਘੱਟ ਆ। ਅਤੇ ਪਾਸ਼ ਜਿਸ ਸਮਾਜ ਦੇ ਵਿੱਚ, ਜਿਸ ਸਮੇਂ ਦੇ ਸਮਾਜ ਦੇ ਵਿੱਚ ਪੈਦਾ ਹੋਇਆ, ਅਸਲ ਦੇ ਵਿੱਚ ਇਹ ਗੱਲ ਅਕਸਰ ਕੀਤੀ ਜਾਂਦੀ ਹੈ ਕਿ ਪਾਸ਼ ਦੇ ਜਿਉਂਦੇ ਜੀ ਲੋਕ ਉਹਨੂੰ ਪਿੰਡ 'ਚ ਨਹੀਂ ਸੀ ਜਾਣਦੇ, ਉਹਨੂੰ ਇਲਾਕੇ 'ਚ ਨਹੀਂ ਸੀ ਜਾਣਦੇ ਵੀ ਉਹ ਕਿੱਡਾ ਮਹਾਨ ਸ਼ਾਇਰ ਹੈ। ਜਦ ਕਿ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਉਹਦੀਆਂ ਕਵਿਤਾਵਾਂ ਲੱਗੀਆਂ ਹੋਈਆਂ ਸੀ, ਕੋਰਸ ਦੇ ਵਿੱਚ ਪੜ੍ਹਾਈਆਂ ਜਾਂਦੀਆਂ ਸੀ ਉਹਦੀਆਂ ਕਿਤਾਬਾਂ। ਦਰਅਸਲ ਇਸ ਮਸਲੇ ਦੇ ਉੱਪਰ ਮੈਂ ਇੱਦਾਂ ਸੋਚਦਾ ਬਈ ਕੁਝ ਲੋਕ ਸਮਿਆਂ ਤੋਂ ਪਾਰ ਹੁੰਦੇ ਆ ਅਤੇ ਉਹ ਸਮਿਆਂ ਤੋਂ ਪਾਰ ਦੀ ਗੱਲ ਕਹਿ ਜਾਂਦੇ। ਉਹ ਕਿਸੇ ਵੀ ਸਮੇਂ ਦੇ ਵਿੱਚ ਤਾਂ ਪੈਦਾ ਹੁੰਦੇ ਆ,
ਲੇਕਿਨ ਆਮ ਲੋਕਾਂ ਨੂੰ ਉਹਨਾਂ ਦੀ ਜੀਵਨ ਸ਼ੈਲੀ ਦੀ, ਉਹਨਾਂ ਦੇ ਮੁਹਾਵਰੇ ਦੀ, ਉਹਨਾਂ ਦੇ ਅਕੀਦਿਆਂ ਦੀ, ਉਹਨਾਂ ਦੇ ਸੁਪਨਿਆਂ ਦੀ, ਉਹਨਾਂ ਦੇ ਸੰਘਰਸ਼ ਦੀ ਜਿਹੜੀ ਆ ਉਹ ਸਮਝ ਨਹੀਂ ਹੁੰਦੀ। ਅਤੇ ਲੋਕ ਕਈ ਵਾਰੀ ਉਹਨਾਂ ਦੀ ਜੀਵਨ ਸ਼ੈਲੀ ਨੂੰ ਵੇਖ ਕੇ ਉਹਨਾਂ ਨੂੰ ਭੰਡਣਾ ਸ਼ੁਰੂ ਕਰ ਦਿੰਦੇ ਆ। ਆਮ ਲੋਕ ਜਿਹੜੇ ਆ ਉਹਨਾਂ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੰਦੇ ਆ। ਪਾਸ਼ ਨਾਲ ਵੀ ਇਲਾਕਾਈ ਪੱਧਰ 'ਤੇ ਇੱਦਾਂ ਦਾ ਹੋਇਆ। ਉਹ ਇਸ ਕਰਕੇ ਆ ਕਿ ਜਿਹੜੇ ਸਾਡੇ ਲੋਕ ਆ ਉਹ ਨਾ ਬੀਬੇ ਰਾਣੇ ਪੁੱਤਾਂ ਨੂੰ ਜਿਹੜਾ ਆ ਉਹ ਬਹੁਤ ਚੰਗਾ ਸਮਝਦੇ ਆ ਵੀ ਮੁੰਡਾ ਪੈਦਾ ਹੋਇਆ, ਵੱਡਾ ਹੋਇਆ ਅਤੇ ਮਾਪਿਆਂ ਨੇ ਜਿੱਥੇ ਕਿਹਾ ਉਹ ਮੰਨ ਕੇ ਉੱਥੇ ਉਹਨੇ ਵਿਆਹ ਕਰਾ ਲਿਆ। ਜਿੱਦਾਂ ਦਾ ਕੰਮ ਕਰਨ ਨੂੰ ਕਿਹਾ ਉੱਦਾਂ ਦਾ ਉਹਨੇ ਕੰਮ ਕਰ ਲਿਆ ਅਤੇ ਉਹ ਕੰਮ 'ਤੇ ਜਾਂਦਾ ਆ ਅਤੇ ਕੰਮ ਤੋਂ ਸਿੱਧਾ ਘਰ ਆ ਜਾਂਦਾ ਆ। ਬਹੁਤ ਬੀਬਾ ਰਾਣਾ ਅਤੇ ਬੜਾ ਸ਼ਰੀਫ ਮੁੰਡਾ ਆ। ਇੱਦਾਂ ਦੇ ਮੁੰਡੇ, ਇੱਦਾਂ ਦੀਆਂ ਔਲਾਦਾਂ ਸਾਡੇ ਲੋਕਾਂ ਨੂੰ ਜ਼ਿਆਦਾ ਪਸੰਦ ਆਉਂਦੀਆਂ ਨੇ, ਨਾ ਕਿ ਸੰਘਰਸ਼ੀ ਲੋਕ ਪਸੰਦ ਆਉਂਦੇ ਆ। ਇਸੇ ਕਰਕੇ ਪਾਸ਼ ਨੇ ਕਿਹਾ ਸੀਗਾ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਘਰ ਤੋਂ ਕੰਮ 'ਤੇ ਅਤੇ ਕੰਮ ਤੋਂ ਸਿੱਧੇ ਘਰ ਆ ਜਾਣਾ ਸਭ ਤੋਂ ਖਤਰਨਾਕ ਹੁੰਦਾ। ਉਹ ਜਿਹੜੀ ਪਾਸ਼ ਵਾਸਤੇ ਗੱਲ ਸਭ ਤੋਂ ਖਤਰਨਾਕ ਆ, ਉਹ ਸਾਡੇ ਲੋਕਾਂ ਵਾਸਤੇ ਸਭ ਤੋਂ ਵੱਧ ਸਵੀਕਾਰ ਕਰਨਯੋਗ ਆ। ਤੋ ਇਸ ਕਰਕੇ ਉਹ ਯੋਧਾ ਸ਼ਾਇਰ ਸੀ, ਲੜਾਕੂ ਸ਼ਾਇਰ ਸੀਗਾ। ਉਸ ਸਮੇਂ ਦੀ ਨਕਸਲਾਈਟ ਮੂਵਮੈਂਟ ਨੂੰ ਵੀ ਉਹਦੀ ਇੱਕ ਦੇਣ ਸੀਗੀ। ਉਹ ਮੂਵਮੈਂਟ ਠੀਕ ਸੀ ਜਾਂ ਗਲਤ ਸੀ, ਆਪਾਂ ਇਸ ਬਹਿਸ ਵਿੱਚ ਨਹੀਂ ਪੈਂਦੇ, ਲੇਕਿਨ ਉਹਦਾ ਪੰਜਾਬੀ ਕਵਿਤਾ ਨੂੰ ਅਤੇ ਉਸ ਲਹਿਰ ਨੂੰ ਬਹੁਤ ਵੱਡਾ ਯੋਗਦਾਨ ਆ। ਅਤੇ ਅੱਜ ਗੁਰੂ ਨਾਨਕ ਦੇਵ ਪਬਲਿਕ ਸਕੂਲ ਉੱਗੀ ਦੇ ਵਿੱਚ ਖੜੋ ਕੇ ਸੁਰਿੰਦਰ ਖੀਵਾ ਹੋਣਾ ਦੀ ਰਹਿਨੁਮਾਈ ਦੇ ਵਿੱਚ ਅੱਜ ਆਪਾਂ ਉਹਨਾਂ ਦਾ ਇਹ 70ਵਾਂ ਜਨਮ ਦਿਨ ਜਿਹੜਾ ਆ ਉਹ ਮਨਾ ਰਹੇ ਹਾਂ। ਇਹ ਆਪਣੇ ਆਪ ਦੇ ਵਿੱਚ ਇੱਕ ਮੁਬਾਰਕ ਮੌਕਾ ਆ। ਅਤੇ ਉੱਗੀ ਉਹ ਸ਼ਹਿਰ ਆ, ਉਹ ਕਸਬਾ ਆ ਜਿੱਥੇ ਉਹਨੇ ਵਿੱਦਿਆ ਦਾ ਦੀਵਾ ਜਗਾਉਣ ਵਾਸਤੇ ਆਪਣਾ ਇੱਕ ਪਬਲਿਕ ਸਕੂਲ ਵੀ ਖੋਲ੍ਹਿਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ। ਅਤੇ ਅੱਜ ਉਸੇ ਨਾਮਕਰਨ ਵਾਲੇ ਸਕੂਲ ਦੇ ਵਿੱਚ ਹਾਜ਼ਰ ਹੋ ਕੇ ਆਪਾਂ ਉਹਦੀਆਂ ਗੱਲਾਂ ਕਰ ਰਹੇ ਹਾਂ। ਇਹਦੀ ਮੈਨੂੰ ਬੜੀ ਖੁਸ਼ੀ ਆ ਅਤੇ ਬੜੀ ਤਸੱਲੀ ਹੈ। ਜੋ ਅੱਜ ਦੀ ਨੌਜਵਾਨ ਪੀੜ੍ਹੀ ਹੈ, ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ? ਦੇਖੋ ਜੀ, ਨੌਜਵਾਨ ਪੀੜ੍ਹੀ ਤਾਂ ਇੱਦਾਂ ਆ ਵੀ ਮੈਂ ਕਈ ਵਾਰੀ ਨਿਰਾਸ਼ ਵੀ ਹੋ ਜਾਂਦਾ, ਆਪਾਂ ਸਾਰੇ ਹੋ ਜਾਂਦੇ ਹਾਂ ਕਿ ਅੱਜ ਆਈਲੈਟਸ ਦੀ ਜਿਹੜੀ ਆ ਉਹ ਦੌੜ ਲੱਗੀ ਹੋਈ ਆ। ਹਰ ਮਾਂ ਬਾਪ ਦਾ ਇਹ ਸੁਪਨਾ ਆ ਕਿ ਮੇਰਾ ਬੱਚਾ ਆਈਲੈਟਸ ਕਰਕੇ ਕੈਨੇਡਾ ਚੱਲ ਜਾਵੇ, ਮੇਰਾ ਬੱਚਾ ਆਈਲੈਟਸ ਕਰਕੇ ਆਸਟ੍ਰੇਲੀਆ ਚੱਲ ਜਾਵੇ। ਅਤੇ ਕਿਉਂਕਿ ਲੋਕ ਵੀ ਸੱਚੇ ਆ, ਕਿਉਂਕਿ ਜਦੋਂ ਜੀਣ ਥੀਣ ਦੀ ਗੱਲ ਆ ਜਾਂਦੀ ਹੈ, ਜਦੋਂ ਹੋਂਦ ਨੂੰ ਕਾਇਮ ਰੱਖਣਾ ਹੀ ਮੁਸ਼ਕਿਲ ਹੋ ਜਾਂਦਾ ਆ, ਤਾਂ ਫਿਰ ਲੋਕਾਂ ਨੂੰ ਵਿਦੇਸ਼ਾਂ ਦੇ ਵੱਲ ਜਿਹੜਾ ਮੂੰਹ ਕਰਨਾ ਪੈਂਦਾ। ਕੋਈ ਵੀ ਬੰਦਾ ਜਾਣਬੁੱਝ ਕੇ ਆਪਣੀ ਮਾਂ ਧਰਤੀ ਨੂੰ ਤਿਆਗ ਕੇ ਛੱਡ ਕੇ ਜਿਹੜਾ ਆ ਉਹ ਨਹੀਂ ਜਾਣਾ ਚਾਹੁੰਦਾ, ਅਤੇ ਮਾਪੇ ਵੀ ਨਹੀਂ ਚਾਹੁੰਦੇ ਵੀ ਸਾਡੇ ਸੋਹਣੇ ਸੋਹਣੇ ਬੱਚੇ ਜਿਹੜੇ ਆ ਅਸੀਂ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਧੱਕੇ ਖਾਣ ਵਾਸਤੇ, ਸੰਘਰਸ਼ ਕਰਨ ਵਾਸਤੇ ਤੋਰ ਦਈਏ। ਅਤੇ ਇਹ ਤਾਂ ਅੱਜ ਦੀ ਰਾਜਨੀਤੀ ਆ, ਅੱਜ ਦੇ ਰਾਜਨੀਤਿਕ ਲੋਕ ਨੇ ਜਿਨ੍ਹਾਂ ਨੇ ਇਹ ਸਾਡੇ ਨੌਜਵਾਨਾਂ ਨੂੰ ਉੱਧਰ ਭੱਜਣ 'ਤੇ ਜਿਹੜਾ ਉਹ ਮਜਬੂਰ ਕੀਤਾ। ਮੇਰੀ ਇੱਕ ਗਜ਼ਲ ਦਾ ਜਿਹੜਾ ਉਹ ਸ਼ੇਰ ਆ ਬਈ, ਇੱਕ ਜਿਹੜਾ ਅਬਦਾਲੀ ਆ, ਅਹਿਮਦ ਸ਼ਾਹ ਅਬਦਾਲੀ, ਉਹ ਤਾਂ ਕਿਤੇ ਸਾਲ ਪਿੱਛੋਂ 2 ਸਾਲ ਪਿੱਛੋਂ ਲੁੱਟਣ ਵਾਸਤੇ ਆਉਂਦਾ ਹੁੰਦਾ ਸੀਗਾ ਪੰਜਾਬ ਦੀ ਧਰਤੀ ਨੂੰ ਜਾਂ ਭਾਰਤ ਨੂੰ। ਇਹ ਅੱਜ ਦੇ ਜਿਹੜੇ ਨੇਤਾ ਆ, ਇਹ ਰੋਜ਼ ਉੱਠ ਕੇ ਜਿਹੜਾ ਆ ਉਹ ਇਸ ਧਰਤੀ ਨੂੰ ਲੁੱਟਦੇ ਆ। ਠੀਕ ਆ, ਰੋਜ਼ ਇਸ ਨੂੰ ਲੁੱਟ ਰਹੀ ਅਬਦਾਲੀਆਂ ਦੀ ਫੌਜ ਹੈ, ਦੇਸ਼ ਮੇਰੇ ਵਾਸਤੇ ਤਾਂ ਬਣ ਗਈ ਮੁਸ਼ਕਲ ਘਣੀ। ਰੋਜ਼ ਇਸ ਨੂੰ ਲੁੱਟ ਰਹੀ ਅਬਦਾਲੀਆਂ ਦੀ ਫੌਜ ਹੈ। ਇਹ ਜਦੋਂ ਲੀਡਰ ਸਾਡੇ ਚੁਣੇ ਹੋਏ ਨੇਤਾ ਜਦੋਂ ਸਵੇਰ ਨੂੰ ਉੱਠਦੇ ਆ ਅਤੇ ਇਹਨਾਂ ਦਾ ਲਾਮ ਲਸ਼ਕਰ, ਇਹਨਾਂ ਦੀਆਂ ਗੱਡੀਆਂ ਦਾ ਖਰਚਾ, ਇਹਨਾਂ ਦੀ ਸੁਰੱਖਿਆ ਦਾ ਖਰਚਾ, ਇੱਕ ਹੈਲੀਕਾਪਟਰ ਜਿਹੜਾ ਜਦੋਂ ਉੱਡਦਾ ਆ ਕਿਸੇ ਮੁੱਖ ਮੰਤਰੀ ਦਾ, ਉਹ ਸੈਂਕੜੇ ਘਰਾਂ ਦੇ ਦੀਵੇ ਬੁਝਾ ਜਾਂਦਾ ਹੈ, ਸੈਂਕੜੇ ਚੁੱਲ੍ਹੇ ਜਿਹੜੇ ਆ ਉਹ ਠੰਡੇ ਕਰ ਜਾਂਦਾ। ਤੋ ਇਹ ਲੁਟੇਰੇ ਆ ਜਿਹੜੇ ਅੱਜ ਦੇ ਸਾਡੇ ਚੁਣੇ ਹੋਏ ਲੀਡਰ ਜਿਹੜੇ ਆ, ਇਹ ਅੱਜ ਦੇ ਅਬਦਾਲੀ ਆ ਜਿਹੜੇ ਰੋਜ਼ ਲੁੱਟਦੇ ਆ। ਉਸ ਅਬਦਾਲੀ ਨਾਲੋਂ ਵੀ ਵਧੇਰੇ ਖਤਰਨਾਕ ਆ। ਇਹਨਾਂ ਬਾਰੇ ਸਾਨੂੰ ਕੁਝ ਸੋਚਣਾ ਪਏਗਾ। ਇਹਨਾਂ ਦੇ ਬਦਲ ਵਜੋਂ ਇੱਕ ਸਕਾਰਾਤਮਕ ਰਾਜਨੀਤੀ, ਜਿਹੜੀ ਲੋਕਾਂ ਦੀ ਰਾਜਨੀਤੀ ਸਾਨੂੰ ਜਿਹੜੀ ਆ ਉਹ ਲਿਆਉਣੀ ਪੈਗੀ। ਜੀ ਬਿਲਕੁਲ ਜੀ। ਅਵਤਾਰ ਸਿੰਘ ਪਾਸ਼ ਦੇ ਬਾਰੇ ਨੇ ਕੀਮਤੀ ਗੱਲਾਂ ਦੱਸੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬਹੁਤ ਸਾਰੇ ਇਕੱਠੇ ਇੱਥੇ ਸਾਰੇ ਸਾਥੀਆਂ ਨੂੰ ਪਹਿਲਾਂ ਤਾਂ ਮੁਬਾਰਕਬਾਦ ਦਿੰਦੇ, ਕਿਉਂਕਿ ਇਹੋ ਜਿਹੇ ਸ਼ਖਸੀਅਤਾਂ ਦੇ ਜਨਮ ਦਿਨ ਮਨਾਉਣੇ ਆਪਣੇ ਆਪ ਵਿੱਚ ਵੀ ਜੀ ਮਹੱਤਤਾ ਹੈ। ਉਹਦਾ ਕਾਰਨ ਵੱਡਾ, ਕਿਉਂਕਿ ਇੱਕ ਤਾਂ ਇਸ ਏਰੀਏ ਨਾਲ ਸੰਬੰਧਿਤ ਹੋਣ ਕਰਕੇ, ਜਿੱਥੇ ਆਪਾਂ ਮਨਾ ਰਹੇ ਹਾਂ ਪਿੰਡ ਉੱਗੀ ਦੇ ਇਸ ਸਕੂਲ ਦੇ ਵਿੱਚ, ਇਸ ਥਾਂ ਨਾਲ ਉਹਨਾਂ ਦਾ ਬਹੁਤ ਲੰਮਾ ਸਮਾਂ ਵੀ ਰਾਬਤਾ ਰਿਹਾ ਹੈ ਅਤੇ ਆਮ ਲੋਕਾਂ 'ਚ ਵਿਚਰਦੇ ਰਹੇ। ਇਸ ਏਰੀਏ ਨਾਲ ਸੰਬੰਧਿਤ ਹੋਣ ਕਰਕੇ ਸਾਡੇ ਨਾਲ ਵੀ ਉਸ ਸਮੇਂ ਦੇ ਵਿੱਚ ਕਈ ਸਮੇਂ ਉਹਨਾਂ ਨਾਲ ਬੈਠਣ ਦਾ ਵੀ ਮੌਕਾ ਮਿਲਦਾ ਰਿਹਾ, ਗੱਲਾਂ ਬਾਤਾਂ ਵੀ ਕਰਨ ਦਾ ਮੌਕਾ ਮਿਲਦਾ ਰਿਹਾ। ਪਰ ਕਈ ਵਾਰੀ ਇਸ ਤਰ੍ਹਾਂ ਹੈਰਾਨੀ ਉਸ ਤੋਂ ਬਾਅਦ ਇਹ ਚੀਜ਼ ਦੀ ਹੁੰਦੀ ਸੀ ਬਈ ਜਦੋਂ ਉਹਨਾਂ ਦਾ ਸਾਡੇ ਤੋਂ ਵਿਛੜ ਜਾਣਾ ਹੈ,
ਉਦੋਂ ਇੰਨੀ ਵੱਡੀ ਘਾਟ ਮਹਿਸੂਸ ਇਸ ਗੱਲ ਦੀ ਹੁੰਦੀ ਸੀ ਵੀ ਐਡਾ ਵੱਡਾ ਦਿਮਾਗ, ਐਡੀ ਵੱਡੀ ਮਤਲਬ ਸ਼ਖਸੀਅਤ ਸਾਡੇ ਤੋਂ ਖੁੱਸ ਗਈ ਆ। ਸ਼ਾਇਦ ਇਹੋ ਜਿਹਾ ਇਨਸਾਨ ਮੁੜ ਕੇ ਪੈਦਾ ਹੋਣਾ ਜਾਂ ਬਣਨਾ ਪੰਜਾਬੀ ਸਾਹਿਤ ਦੇ ਵਿੱਚ ਤਾਂ ਮੁੜ ਕੇ ਤਾਂ ਨਹੀਂ ਦੇਖਿਆ ਗਿਆ। ਸੋ ਇਸ ਕਰਕੇ ਇਸ ਏਰੀਏ ਨੂੰ ਜਿੱਥੇ ਇਸ ਚੀਜ਼ ਦਾ ਘਾਟਾ ਪਿਆ ਹੈਗਾ, ਪਰ ਜੋ ਉਹਨਾਂ ਦੀਆਂ ਰਚਨਾਵਾਂ, ਜੋ ਉਹਨਾਂ ਦਾ ਕਹਿਣ ਸੀਗਾ, ਜੋ ਉਹ ਚਾਹੁੰਦੇ ਸੀਗੇ, ਜੋ ਉਹਨਾਂ ਨੇ ਉਸ ਸਮੇਂ ਆਪਣੇ ਪੋਇਟਰੀ ਦੇ ਵਿੱਚ ਲਿਖਿਆ, ਜੋ ਸਾਹਿਤਕ ਤੌਰ 'ਤੇ ਜੋ ਲੋਕਾਂ ਨੂੰ ਦੇ ਕੇ ਗਏ ਆ, ਅੱਜ ਵੀ ਉਹ ਲੋਕਾਂ ਦੇ ਵਿੱਚ ਜੀਂਦੇ ਨੇ ਅਤੇ ਲੋਕ ਇਸੇ ਤਰ੍ਹਾਂ ਉਹਨਾਂ ਦੇ ਜਨਮ ਦਿਨ ਮਨਾਉਂਦੇ ਰਹਿਣਗੇ। ਅਤੇ ਉਹਨਾਂ ਦੇ ਜੋ ਅਕੀਦੇ ਹੈ, ਜੋ ਉਹਨਾਂ ਦੀ ਸੁਪਨੇ ਸੀਗੇ, ਜਿਸ ਤਰ੍ਹਾਂ ਡਾਕਟਰ ਮੋਤੀ ਨੇ ਦੱਸ ਕੇ ਗਏ ਵੀ ਇਹ ਜਿਹੜੇ ਸੁਪਨੇ, ਉਹਨਾਂ ਦੀ ਸੁਪਨਿਆਂ 'ਚ ਜੀਣ ਵਾਲਾ ਉਹ ਸ਼ਾਇਰ ਜਿਹੜਾ ਲੋਕਾਂ ਨੂੰ ਜਗਾਉਂਦਾ ਹੈ, ਲੋਕਾਂ ਦੇ ਲਈ ਗੱਲ ਕਰਦਾ ਸੀ, ਲੋਕਾਂ ਲਈ, ਆਪਣੇ ਪਿੰਡ ਦੇ ਗਰੀਬ ਲੋਕਾਂ ਲਈ, ਕਿਸਾਨ ਖੇਤਾਂ ਦੇ ਪੁੱਤ ਦੀ ਗੱਲ ਕਰਦਾ, ਵੀਰੂ ਬੱਕਰੇ ਵਾਲੀ ਦੀ ਗੱਲ ਕਰਦਾ। ਤਾਂ ਇਸ ਤੋਂ ਹੀ ਇਹ ਸਾਬਤ ਹੋ ਜਾਂਦਾ ਹੈ ਕਿ ਉਹ ਕਿਹੋ ਜਿਹਾ ਸ਼ਾਇਰ ਸੀ ਅਤੇ ਕਿਹਨਾਂ ਲੋਕਾਂ ਲਈ ਉਹ ਮਤਲਬ ਸਭ ਕੁਛ ਕਰ ਰਿਹਾ ਸੀ। ਸੋ ਇਸ ਕਰਕੇ ਇਹੋ ਜਿਹਾ ਮਹਾਨ ਸ਼ਖਸੀਅਤ ਦਾ ਘਾਟਾ ਪੈਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਪਰ ਦੂਜੀ ਗੱਲ ਹੈ ਵੀ ਉਹਨਾਂ ਦੀ ਰਚਨਾਵਾਂ ਰਹਿੰਦੀ ਦੁਨੀਆ ਤੱਕ, ਜਦੋਂ ਤੱਕ ਇਸ 'ਤੇ ਸਮਾਜ ਦੇ ਵਿੱਚ ਕਿਰਤ ਦੀ ਲੜਾਈ ਹੈ, ਉਹ ਪੂੰਜੀਪਤੀਆਂ ਦੇ ਖਿਲਾਫ ਜਿਹੜੀ ਹੈ ਲੜਾਈ, ਜੰਗ ਜਾਰੀ ਹੈ। ਇਹ ਵੀ ਸ਼ਾਇਦ ਪੋਟਰੀ ਨੂੰ ਪੜ੍ਹੋਗੇ ਤਾਂ ਵੱਖ-ਵੱਖ ਇਹਨਾਂ ਬਹੁਤ ਸਾਰੇ ਉਹਨਾਂ ਦੇ ਜਿਹੜੇ ਹੈਗੇ ਆ, ਉਹਨਾਂ ਨੇ ਪੇਸ਼ ਕੀਤੇ ਆ, ਵੰਨਗੀਆਂ ਪੇਸ਼ ਕੀਤੀਆਂ। ਉਹਦੇ ਵਿੱਚ ਜੰਗ ਦਾ ਵੀ ਆ, ਹਰ ਇੱਕ ਤਰ੍ਹਾਂ ਦਾ ਵੀ ਰੂਪ ਸਾਡੇ 'ਚ ਆਉਂਦਾ। ਸੋ ਇਸ ਕਰਕੇ ਅਖੀਰ ਦੇ ਵਿੱਚ ਇਹ ਵਧਾਈ ਦਿੰਦਾ ਹੋਇਆ ਸਾਰਿਆਂ ਨੂੰ ਕਿ ਆਓ ਆਪਾਂ ਰਲ ਕੇ ਉਹਨਾਂ ਦੇ ਅਕੀਦੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ। ਧੰਨਵਾਦ। ਇਸ ਤੋਂ ਇਲਾਵਾ ਸੁਰਿੰਦਰ ਖੀਵਾ ਜੀ ਵੀ ਸਾਡੇ ਨਾਲ ਹੈ, ਉਹਨਾਂ ਤੋਂ ਵੀ ਜਾਣਾਂਗੇ, ਉਹਨਾਂ ਦੀ ਜ਼ਿੰਦਗੀ ਬਾਰੇ ਜਾਣਾਂਗੇ। ਹਾਂਜੀ, ਸਭ ਤੋਂ ਪਹਿਲਾਂ ਜੀ ਸਰਦਾਰ ਅਵਤਾਰ ਸਿੰਘ ਜੋ ਪਾਸ਼, ਉਹਨਾਂ ਦੇ ਪਿੰਡ ਤੋਂ ਆਪਾਂ ਸ਼ੁਰੂ ਕਰਨ, ਪਰਿਵਾਰ ਬਾਰੇ ਦੱਸੋ। ਮੈਂ ਉਹਨਾਂ ਦਾ ਜਿਹੜਾ ਪਰਿਵਾਰ ਆ, ਉਹ ਜਿਹੜਾ ਸੰਧੂ ਪਰਿਵਾਰ, ਸਰਦਾਰ ਸੋਹਣ ਸਿੰਘ ਸੰਧੂ ਜਿਹੜੇ ਫੌਜ ਦੇ ਵਿੱਚ ਮੇਜਰ ਸੀ, ਉਹ ਉਹਨਾਂ ਦਾ ਪਰਿਵਾਰ ਆ। ਉਹਨਾਂ ਦੀ ਭੈਣ ਆ ਇੱਕ ਅਮਰੀਕਾ ਦੇ ਵਿੱਚ, ਭਰਾ ਆ, ਉਹਨਾਂ ਦੀ ਬੇਟੀ ਆ, ਉਹਨਾਂ ਦੀ ਧਰਮ ਪਤਨੀ ਆ ਰਾਜਵਿੰਦਰ। ਇਹ ਤਾਂ ਉਹਨਾਂ ਦਾ ਜਿਹੜਾ ਪਰਿਵਾਰ ਆ ਉਹ ਤਲਵੰਡੀ ਸਲੇਮ ਦੇ ਵਿੱਚ। ਹੁਣ ਉਹਨਾਂ ਦੇ ਮਾਸੀ ਦਾ ਲੜਕਾ ਸੁੱਚਾ ਰਹਿੰਦਾ ਆ। ਹੋਰ ਬਾਕੀ ਪਰਿਵਾਰ ਜਿਹੜਾ ਉਹ ਬਾਕੀ ਅਮਰੀਕਾ 'ਚ ਆ। ਅਤੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ, ਉਹਨਾਂ ਦੀ ਜਿਹੜੀ ਪੋਇਟਰੀ ਸੀ, 20 ਸਾਲ ਦੀ ਉਮਰ ਦੇ ਵਿੱਚ ਭਾਜੀ ਗੁਰਸ਼ਰਨ, ਜਿਹਨੂੰ ਭਾਈ ਮੰਨਾ ਸਿੰਘ ਕਹਿੰਦੇ ਸੀ, ਉਹਨਾਂ ਦੀ ਕਿਤਾਬ ਛਾਪੀ ਸੀ, ਲੋਕ ਕਥਾ। ਇਹ ਬਹੁਤ ਵੱਡੀ ਗੱਲ ਆ। ਪਰ ਲੋਕ ਕਥਾ ਉੱਡਦੇ ਬਾਜਾਂ ਮਗਰ ਇਹ ਦਿੱਲੀ ਯੂਨੀਵਰਸਿਟੀ ਦੇ ਵਿੱਚ MA ਵਿਭਾਗ ਦੀਆਂ ਜਿਹੜੀਆਂ ਪੰਜਾਬੀ 'ਚ ਉਹ ਸਿਲੇਬਸ ਵਿੱਚ ਲੱਗੀ ਸੀ, ਜਦੋਂ ਅਜੇ ਆਪ 10ਵੀਂ ਕਰਦਾ ਸੀ। ਇਹ ਗੱਲ ਬਹੁਤ ਵੱਡੀ ਆ। ਉਹਨਾਂ ਦੀ ਜਿਹੜੀ ਪੋਇਟਰੀ ਆ, ਮੈਂ ਤੁਹਾਡੇ ਨਾਲ ਸਾਂਝੀ ਕਰਦਾ ਵੀ ਉਹਦਾ ਮੇਨ ਥੀਮ ਕੀ ਸੀ। ਉਹ ਲਿਖਦੇ ਆ ਵੀ ਮੇਰੇ ਕੋਲ ਚਿਹਰਾ ਕੋਈ ਸੰਬੋਧਨ ਕੋਈ ਨਹੀਂ, ਧਰਤੀ ਦਾ ਝੱਲਾ ਇਸ਼ਕ ਸ਼ਾਇਦ ਮੇਰਾ ਹੈ, ਇਸੇ ਲਈ ਹਰੇਕ ਚੀਜ਼ ਤੋਂ ਮੈਂ ਹਵਾ ਵਾਂਗ ਸਰਕ ਕੇ ਲੰਘ ਜਾਵਾਂਗਾ। ਦੋਸਤੋ, ਮੇਰੇ ਜਾਣ ਤੋਂ ਮਗਰੋਂ ਮੇਰੇ ਫਿਕਰ ਦੀ ਬਾਂਹ ਫੜੀ ਰੱਖਣਾ। ਅੱਜ ਜਦੋਂ ਦੇਸ਼ ਦੇ ਵਿੱਚ ਭਗਵੇਂ ਕਰਨ ਦਾ ਮਾਹੌਲ ਆ, ਜਿਹੜੀ ਹਿੰਦੂਤਵ ਵਿਚਾਰਧਾਰਾ ਆ, ਜਿਹੜੀ ਉਹ ਲੋਕਾਂ 'ਤੇ ਲਗਾਤਾਰ ਥੋਪੀ ਜਾ ਰਹੀ, ਉਹ ਪਾਸ਼ ਦੀਆਂ ਕਵਿਤਾਵਾਂ ਸਿਲੇਬਸ ਤੋਂ ਮੋਦੀ ਸਰਕਾਰ ਨੇ ਹਟਾਤੀਆਂ। ਉਸ ਸਮੇਂ ਉਹਦੇ ਫਿਕਰ ਦੀ ਬਾਂਹ ਫੜਨਾ ਅਤੇ ਉਹਨੂੰ ਚੇਤੇ ਕਰਨਾ ਅਤੇ ਉਹਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ। ਜਿਹੜੇ ਦਾਨਸ਼ਵਰ ਲੋਕ ਆ, ਚੰਗੇ ਲੋਕ ਆ, ਜਿਹੜੇ ਇਸ ਮੁਲਕ ਦੇ ਵਿੱਚ ਜਿਹੜਾ ਆ ਉਹ ਫਾਸ਼ੀਵਾਦ ਨੂੰ, ਜਿਹੜੀ ਫਾਸ਼ੀਵਾਦ ਲੋਕਾਂ 'ਤੇ ਜਿਹੜਾ ਥੋਪਿਆ ਜਾ ਰਿਹਾ, ਲੋਕਾਂ ਦੇ ਅਧਿਕਾਰਾਂ ਦਾ ਹਨਨ ਹੋ ਰਿਹਾ ਆ, ਜਿਹੜੇ ਚੰਗੇ ਚੰਗੇ ਬੁੱਧੀਜੀਵੀ ਕਾਲਬੁਰਗੀ ਵਰਗੇ, ਗੌਰੀ ਲੰਕੇਸ਼ ਵਰਗੇ ਜਿਹੜੇ ਬੁੱਧੀਜੀਵੀਆਂ ਦਾ ਕਤਲ ਕੀਤਾ ਜਾ ਰਿਹਾ ਆ, ਲੋਕਾਂ ਨੂੰ ਬਿਨਾਂ ਕਿਸੇ ਮੁਕੱਦਮਿਆਂ ਤੋਂ ਜੇਲ੍ਹਾਂ 'ਚ ਸਿੱਟਿਆ ਜਾ ਰਿਹਾ ਆ। ਪਾਸ਼ ਦੀ ਆਵਾਜ਼ ਦੀ ਸਾਰਥਕਤਾ ਅੱਜ ਹੋਰ ਵੱਧ ਗਈ ਆ। ਉਹਦੇ ਫਿਕਰ ਦੀ ਬਾਂਹ ਜਿਹੜੀ ਆ ਫੜਨੀ ਅੱਜ ਹੋਰ ਮਹੱਤਵਪੂਰਨ ਹੋ ਗਈ ਆ। ਇਹੀ ਜਿਹੜੀ ਮੈਂ ਗੱਲ ਤੁਹਾਡੇ ਸਾਰਿਆਂ ਨਾਲ ਜਿਹੜੀ ਕਿਹਾ ਜਾਂਦਾ ਕਿ ਰਿਪੋਰਟ ਨਾਲ ਸਾਂਝੀ ਕਰਨੀ ਚਾਹੁੰਦਾ। ਹਾਂਜੀ, ਤੁਸੀਂ ਕਹਿ ਰਹੇ ਸੀ ਉਹਨਾਂ ਨੇ ਕੁਝ ਪੇਪਰ ਜਾਣੀ ਕਿ ਅਖਬਾਰ ਮਸਾਲੇ ਵੀ ਕੱਢੇ ਸੀ, ਉਹਨਾਂ ਦਾ ਇੱਕ ਵਾਰ ਨਾਮ ਦੱਸੋਗੇ? ਹਾਂ, ਉਹਨਾਂ ਨੇ ਜਿਹੜੇ ਇੱਥੇ ਸੀ, ਜਿੱਦਾਂ ਉਹਨਾਂ ਨੇ ਹੱਥ ਲਿਖਤ ਪਰਚਾ ਹਾਕ ਕੱਢਿਆ, ਇੱਦਾਂ ਹੀ ਸਿਆੜ ਕੱਢਿਆ, ਏਮ ਜੋਤੀ ਦੀ ਸੰਪਾਦਕੀ ਕੀਤੀ। ਜਿਹੜਾ ਫਲਾਇੰਗ ਸਿੱਖ ਜਿਹਨੂੰ ਅਸੀਂ ਕਹਿੰਦੇ ਮਿਲਖਾ ਸਿੰਘ, ਉਹਦੀ ਸਵੈਜੀਵਨੀ ਵੀ ਉਹਨਾਂ ਨੇ ਲਿਖ ਕੇ ਦਿੱਤੀ ਅੰਗਰੇਜ਼ੀ 'ਚ।
ਹਾਂ 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 ਦੂਜੇ ਪਾਸੇ ਕਿਹਾ ਜਾਂਦਾ ਕਿ ਉਹ ਕੋਈ ਸਕੂਲ ਵੀ ਚਲਾਉਂਦੇ ਹਾਂ ਸੀ। ਰੋਲੇਮਾਨ, ਹਾਂ ਇੱਥੇ ਉਹਨਾਂ ਨੇ ਅੱਡੇ ਤੇ ਉੱਗੀ ਅੱਡੇ 'ਚ ਜਿਹੜਾ ਇੱਕ ਛੋਟਾ ਜਿਹਾ ਸਕੂਲ ਸੀ ਜਿਹੜਾ ਉਹ ਚਲਾਉਂਦੇ ਤੇ ਸੀ। ਸਕੂਲ ਦਾ ਨਾਮ ਕੀ ਸੀ? ਉਹ ਗੁਰੂ ਨਾਨਕ ਦੇਵ ਮਾਡਲ ਸਕੂਲ ਸੀ। ਅੱਜ ਫਿਰ ਉਹਨਾਂ ਦਾ ਗੁਰੂ ਨਾਨਕ ਦੇਵ ਸਕੂਲ ਦੇ ਵਿੱਚ ਉਹਨਾਂ ਦਾ ਜਨਮ ਦਿਨ ਵੀ ਮਨਾਇਆ ਜਾ ਰਿਹਾ, ਕਿੱਦਾਂ ਦਾ ਲੱਗ ਰਿਹਾ? ਇਹ ਮੌਕਾ ਸ਼ੁਰੂਆਤ ਮਿਲ ਉਹਨਾਂ ਨੇ ਕੀਤੀ, ਪਰ ਫਿਰ ਅੱਜ ਉਹੀ ਸਕੂਲ ਜੋ ਉਹਨਾਂ ਦਾ ਨਾਮ ਸੀ ਉੱਥੇ ਉਹਨਾਂ ਦਾ ਜਨਮ ਦਿਹਾੜਾ ਇਹ ਮੌਕਾ ਮਿਲ ਹੀ ਹੈ ਜੀ, ਹਾਂਜੀ। ਮੌਕਾ ਮਿਲ ਹੀ ਹੈ। ਇਹ ਕੀ ਕਹਿਣਾ ਚਾਹੋਗੇ ਜਿੰਨੇ ਵੀ ਦਰਸ਼ਕ ਦਿਖ ਰਹੇ? ਬਈ ਦਰਸ਼ਕ ਇਹ ਆ ਬਈ ਪਾਸ਼ ਪੜ੍ਹਦਾ ਬਹੁਤ ਸੀ ਸਾਡੇ ਇਸ ਧਰਤੀ ਤੇ। ਲੋਕ ਕਹਿੰਦੇ ਆ, ਮੇਰੇ ਇੱਕ ਦੋਸਤ ਨੇ ਕਿਤਾਬ ਲਿਖੀ ਸੀ ਵੀ ਬੰਜਰ ਮਨ ਪੰਜਾਬ। ਉਹ ਜਦੋਂ ਉਹਨੇ ਕਿਤਾਬ ਲਿਖੀ ਮੈਂ ਸੋਚਿਆ ਨਹੀਂ, ਮੈਂ ਕਿਹਾ ਜਿਹੜਾ ਪੰਜਾਬ ਦਾ ਮਨ ਹੈ ਬੰਜਰ ਨਹੀਂ ਹੋ ਸਕਦਾ। ਤੇ ਫਿਰ ਤੁਸੀਂ ਦੇਖਦੇ ਆ ਵੀ ਇੱਥੇ ਸ਼ਹੀਦ ਆਜ਼ਮ ਭਗਤ ਸਿੰਘ ਜਿਹਨੇ ਨੌਜਵਾਨ ਭਾਰਤ ਸਭਾ ਬਣਾਈ ਸੀ ਤੇ ਸਾਡੇ ਮੁਲਕ ਨੂੰ, ਭਾਰਤ ਨੂੰ ਆਜ਼ਾਦ ਕਰਾਉਣ 'ਚ ਉਹਨਾਂ ਦਾ ਬਹੁਤ ਅਹਿਮ ਯੋਗਦਾਨ ਆ। ਤੇ ਅੱਜ ਜਿਹੜੀ RSS ਆ, ਜਿਹੜੀ ਦੇਸ਼ ਤੇ ਦਿੱਲੀ ਦੇ ਤਖਤੇ ਤੇ ਕਾਬਜ ਆ, ਉਹਨਾਂ ਦਾ ਤਾਂ ਕੋਈ ਯੋਗਦਾਨ ਨਹੀਂਗਾ। ਉਹਨਾਂ ਨੇ ਆਜ਼ਾਦੀ ਦੇ ਅੰਦੋਲਨ 'ਚ ਜਿਹੜਾ ਖੂਨ ਨੂੰ, ਜਿਹੜੀ ਚੀਚੀ ਨੂੰ ਖੂਨ ਵੀ ਨਹੀਂ ਲਵਾਇਆ ਔਰ ਅੰਗਰੇਜ਼ਾਂ ਦਾ ਡਟ ਕੇ ਸਾਥ ਦਿੱਤਾ। ਦੂਜੇ ਪਾਸੇ ਹੁਣ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਆ, ਉਹ 300 ਕਿਤਾਬ ਪੜ੍ਹਦਾ ਆ, 300 ਕਿਤਾਬ ਪੜ੍ਹਦਾ ਆ, ਜਾਣੀ ਕਿ ਤੁਰਨ ਤੋਂ ਪਹਿਲਾਂ। ਇੱਦਾਂ ਹੀ ਪਾਸ਼ ਆ ਬਈ, ਪਾਸ਼ ਨੇ ਵੀ ਇਹ ਸੰਦੇਸ਼ ਦਿੱਤਾ ਵੀ ਜੇ ਤੁਸੀਂ ਕੁਛ ਜਾਣਨਾ ਆ, ਜੇ ਇਸ ਧਰਤੀ ਨੂੰ ਜਾਣਨਾ, ਆਪਣੇ ਆਲੇ ਦੁਆਲੇ ਨੂੰ ਜਾਣਨਾ, ਤੁਹਾਨੂੰ ਪੜ੍ਹਨਾ ਪਊ। ਉਹ ਜੇ ਤੁਸੀਂ ਪੜ੍ਹੋਗੇ ਤੁਹਾਡੇ ਕੋਲ ਲਾਜ਼ਮੀ ਗਿਆਨ ਆਊਗਾ, ਠੀਕ ਹੈ ਨਾ। ਜਿੰਨਾ ਕਿਤਾਬਾਂ ਉਹਨੇ ਪੜ੍ਹੀਆਂ, ਮੇਰਾ ਖਿਆਲ ਹੈ ਵੀ ਜਿੰਨਾ ਰਸ਼ੀਅਨ ਸਾਹਿਤ, ਜਿੰਨਾ ਇੱਥੇ ਭਾਰਤ ਦਾ ਸਾਹਿਤ ਜੋ ਮਿਲਦਾ ਸੀ ਉਹ ਸਭ ਪੜ੍ਹਦਾ ਸੀ। ਇਸ ਕਰਕੇ ਜਿਹੜੀ ਨਵੀਂ ਪੀੜ੍ਹੀ ਆ, ਜੇ ਉਹ ਪੜ੍ਹੂਗੀ ਅਤੇ ਅੱਗੇ ਤਰੱਕੀ ਵੀ ਕਰੂਗੀ, ਉਹਨੂੰ ਆਪਣੇ ਆਲੇ ਦੁਆਲੇ ਦਾ ਜਾਣਨ ਦਾ ਪਤਾ ਲੱਗੂਗਾ। ਹੁਣ ਤੁਸੀਂ ਦੇਖੋ ਵੀ ਇਸ ਧਰਤੀ ਤੋਂ ਮੋਹ ਜਿਹੜਾ ਭੰਗ ਹੋ ਰਿਹਾ, ਅਤੇ ਮੋਹ ਭੰਗ ਹੋਣਾ ਅਤੇ ਉਹ ਤਾਂ ਬਹੁਤ ਖਤਰਨਾਕ ਆ। ਮੈਂ ਤੁਹਾਨੂੰ ਦੱਸਦਾ, ਮੈਂ ਇੱਕ ਨਾ ਉਹ ਲਿਖਿਆ ਵੀ ਜੇ ਧਰਤੀ ਦਾ ਮੋਹ ਭੰਗ ਹੈ ਤਾਂ ਲਾਜ਼ਮੀ ਹੋਣੀ ਜੰਗ ਹੈ, ਠੀਕ ਹੈ ਨਾ। ਵੀ ਲੋਕਾਂ ਦਾ ਇਸ ਮਿੱਟੀ ਤੋਂ ਜੇ ਮੋਹ ਮੁੱਕ ਰਿਹਾ ਤਾਂ ਜੰਗ ਲਾਜ਼ਮੀ ਹੋਣੀ ਹੈ, ਜੋ ਮਰਜ਼ੀ ਕਰ, ਕਿਉਂਕਿ ਲੋਕਾਂ ਦੇ ਜੀਣ ਦਾ ਸਵਾਲ ਆ। ਅਤੇ ਇਹ ਸਵਾਲ ਦਾ ਜਿਹੜਾ ਕੇਂਦਰੀ ਨੁਕਤਾ ਸੀ ਉਹ ਪਾਸ਼ਕੋ ਸੀ। ਹਾਂ, ਉਹ ਪ੍ਰਤੀਬੱਧ ਸ਼ਾਇਰ ਸੀ, ਲੋਕਾਂ ਦੀ ਗੱਲ ਕਰਦਾ ਸੀ। ਬੇਸ਼ੱਕ ਉਹਨੂੰ ਉਹਦੇ ਲਈ ਕੁਰਬਾਨੀ ਕੀ ਕਰਨੀ ਪਈ, ਖਾਲਿਸਤਾਨੀ ਦਹਿਸ਼ਤਗਰਦਾਂ ਨੇ ਉਹਨੂੰ ਮੁਕਾਇਆ ਵੀ। ਤੇ ਕੀਮਤੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ। ਇਹ ਤਾਂ ਸਾਡੇ ਨਾਲ ਸੁਰਿੰਦਰ ਖਿਵਾ ਜੀ ਮੌਜੂਦ ਸਨ। ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ ਔਰ ਪਾਸ਼ ਦੇ ਜੀਵਨ ਦੇ ਬਾਰੇ ਉਹਨਾਂ ਨੇ ਦੱਸਿਆ। ਕੈਮਰਾ ਪਰਸਨ ਦਵਿੰਦਰ ਸਹਿਮ ਦੇ ਨਾਲ ਹਰਦੀਪ ਸਿੰਘ, ਨਕੋਦਰ ਨਿਊਜ਼ ਰਿਪੋਰਟ, ਪਿੰਡ ਉੱਗੀ।